ਮੈਂ ਜੈ ਮੋਰੇ ਹਾਂ ਅਤੇ ਮੈਂ ਪ੍ਰੋਫੈਸਰ ਰਮਾਦੇਵੀ ਦੁਆਰਾ ਕਰਵਾਏ ਗਏ ਇਸ ਕੁਆਂਟਮ ਮਕੈਨਿਕਸ ਕੋਰਸ ਵਿੱਚ ਟੀਏ ਕਰਾਂਗੀ ਅਤੇ ਟਿਊਟੋਰੀਅਲਸ ਵਿੱਚ ਹਰ 4 ਲੈਕਚਰਸ ਤੋਂ ਬਾਅਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਟਿਊਟੋਰੀਅਲ ਹੋਵੇਗਾ ਅਤੇ ਇਹਨਾਂ ਟਿਊਟੋਰੀਅਲਸ ਵਿੱਚ ਉਹਨਾਂ ਲੈਕਚਰਸ ਦੇ ਆਧਾਰ ਤੇ 4 ਤੋਂ 5 ਪ੍ਰੋਬਲਮ ਹੋਣਗੀਆਂ ਜੋ ਤੁਸੀਂ ਦੇਖੇ ਹਨ ਜੋ ਟਿਊਟੋਰੀਅਲਸ ਤੋਂ ਪਹਿਲਾਂ ਪੋਸਟ ਕੀਤੀਆਂ ਜਾਣਗੀਆਂ ਅਤੇ ਫਿਰ ਟਿਊਟੋਰੀਅਲਸ ਤੋਂ ਮੂਲ ਰੂਪ ਵਿੱਚ ਤੁਹਾਨੂੰ ਵਧੇਰੇ ਥਿਓਰੀਟਿਕਲ ਭਾਗ ਨੂੰ ਸਮਝਣ ਵਿੱਚ ਮਦਦ ਕਰੇਗੀ। ਇਸ ਲਈ ਮੈਂ ਟਿਊਟੋਰੀਅਲ ਬਾਰੇ ਵਿਚਾਰ ਵਟਾਂਦਰਾ ਕਰਦੇ ਸਮੇਂ ਮਹੱਤਵਪੂਰਨ ਸਟੈਪ ਦੱਸਣ ਦੀ ਕੋਸ਼ਿਸ਼ ਕਰਾਂਗੀ ਅਤੇ ਫਿਰ ਵਿਚਕਾਰ ਕੁਝ ਸਟੈਪ ਅਜਿਹੇ ਹੋਣਗੇ ਜਿਨ੍ਹਾਂ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਅਤੇ ਫਿਰ ਪ੍ਰੋਬਲਮਸ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹੋ। ਤਾਂ ਆਓ ਅਸੀਂ ਟਿਊਟੋਰੀਅਲਸ ਦੀ ਸ਼ੁਰੂਆਤ ਕਰਦੇ ਹਾਂ। ਇਸ ਪਹਿਲੇ ਟਿਊਟੋਰੀਅਲ ਵਿੱਚ 5 ਪ੍ਰੋਬਲਮਸ ਹਨ ਉਸ ਦੇ ਆਧਾਰ ਤੇ ਜੋ ਅਸੀਂ ਪਿਛਲੇ 4 ਲੈਕਚਰਸ ਵਿੱਚ ਪਹਿਲਾਂ ਹੀ ਦੇਖ ਚੁੱਕੇ ਹਾਂ ਜਿਸ ਵਿੱਚ ਮੂਲ ਰੂਪ ਵਿੱਚ 1 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਬਾਰੇ ਹੋਰ ਪ੍ਰੋਬਲਮਸ ਪ੍ਰੋਬੇਬਿਲਿਟੀ ਡੈਂਸਿਟੀ ਐਕਸਪੈਕਟੇਸ਼ਨ ਵੈਲਿਊ ਦਾ ਪਤਾ ਲਗਾਉਣਾ ਆਦਿ ਸ਼ਾਮਿਲ ਹੋਣਗੀਆਂ। ਇਸ ਲਈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਪ੍ਰੋਬਲਮ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਲਈ ਪਹਿਲੀ ਵਾਰ ਮੈਨੂੰ ਇਹ ਪ੍ਰਸ਼ਨ ਪੜ੍ਹਨ ਦਿਓ ਕਿ 1 ਡਾਇਮੈਂਸ਼ਨਲ ਬਾਕਸ ਵਿੱਚ ਇੱਕ ਪਾਰਟੀਕਲ ਵਿੱਚ ਹੇਠਾਂ ਲਿਖਿਆ ਨੋਰਮਲਾਈਜ਼ਡ ਵੇਵ ਫੰਕਸ਼ਨ ਐਟ ਟਾਈਮ t = 0 ਹੈ। ਇਸ ਲਈ ਤੁਹਾਨੂੰ ਟਾਈਮ ਇੰਡੀਪੈਂਡੈਂਟ ਵੇਵ ਫੰਕਸ਼ਨ ਦਿੱਤਾ ਗਿਆ ਹੈ ਅਤੇ ਤੁਹਾਨੂੰ ਟਾਈਮ ਡਿਪੈਂਡੈਂਟ ਵੇਵ ਫੰਕਸ਼ਨ ਦਾ ਪਤਾ ਲਗਾਉਣ ਲਈ ਕਿਹਾ ਜਾਂਦਾ ਹੈ। ਅਤੇ ਫਿਰ ਇਸ ਸਵਾਲ ਦਾ ਦੂਜਾ ਭਾਗ ਇਹ ਹੈ ਕਿ ਐਨਰਜੀ ਦੀ ਐਕਸਪੈਕਟੇਸ਼ਨ ਵੈਲਿਊ ਕੀ ਹੈ ਐਟ ਟਾਈਮ t = 0 ਅਤੇ ਕਿਸੇ ਹੋਰ ਟਾਈਮ ਤੇ ਜਿੱਥੇ ਕੋਈ ਕੈਪੀਟਲ T ਹੈ। ਅਤੇ ਸਵਾਲ ਦਾ ਤੀਜਾ ਭਾਗ ਇਹ ਹੈ ਕਿ ਪੋਜੀਸ਼ਨ x = 0 to x = a/2 ਐਟ ਸਮ ਇਨਸਟੈਂਟ ਆਫ ਟਾਈਮ ਦੇ ਵਿਚਕਾਰ ਪਾਰਟੀਕਲ ਪਤਾ ਕਰਨ ਦੀ ਕੀ ਪ੍ਰੋਬੇਬਿਲਿਟੀ ਹੈ। ਠੀਕ ਹੈ। ਇਸ ਲਈ ਆਓ ਪ੍ਰੋਬਲਮ ਨਾਲ ਸ਼ੁਰੂਆਤ ਕਰਦੇ ਹਾਂ। ਇਸ ਲਈ ਪਹਿਲੀ ਪ੍ਰੋਬਲਮ ਵੇਵ ਫੰਕਸ਼ਨ ਟਾਈਮ ਇੰਡੀਪੈਂਡੈਂਟ ਵੇਵ ਫੰਕਸ਼ਨ ਸਾਨੂੰ ਦਿੱਤਾ ਗਿਆ ਹੈ ਜੋ ਕਿ ਇਹ ਕਾਂਸਟੈਂਟ ਟਾਈਮਸ ਹੈ। ਇਹ ਸਾਨੂੰ ਦਿੱਤਾ ਗਿਆ ਹੈ ਅਤੇ ਅਗਲੇ ਸਟੈਪ ਵਿੱਚ ਅਸੀਂ ਇਸ ਨੂੰ ਸਰਲ ਤਰੀਕੇ ਨਾਲ ਲਿਖਣ ਦੀ ਕੋਸ਼ਿਸ਼ ਕਰਾਂਗੇ। ਤਾਂ ਮੈਂ ਇਹਨਾਂ ਬ੍ਰੈਕਟਸ ਨੂੰ ਓਪਨ ਕਰਾਂਗੀ। ਇਸ ਲਈ ਇਹ ਮੈਨੂੰ ਪਾਈ x/a ਦੇਵੇਗਾ ਪਲੱਸ ਇੱਥੇ ਮੈਂ ਇਸ ਕੋਸ ਥੀਟਾ ਸਾਈਨ ਥੀਟਾ ਨੂੰ ਸਰਲ ਬਣਾਵਾਂਗੀ ਜੋ 2 ਵਾਰ ਸਾਈਨ ਥੀਟਾ ਸਾਨੂੰ ਸਾਈਨ 2 ਥੀਟਾ ਦੇਵੇਗਾ। ਇਸ ਲਈ ਮੈਂ ਇਸ ਨੂੰ ਇਸ ਫਾਰਮ ਵਿੱਚ ਲਿਖਾਂਗੀ ਜੋ ਸਾਈਨ 2 ਪਾਈ x/a ਹੋਵੇਗਾ। ਠੀਕ ਹੈ। ਅਸੀਂ ਇਸ ਐਕਸਪ੍ਰੈਸ਼ਨ ਨੂੰ ਗਿਆਤ ਫਾਰਮ ਵਿੱਚ ਲਿਖ ਕੇ ਦੁਬਾਰਾ ਸਰਲ ਬਣਾ ਸਕਦੇ ਹਾਂ। ਗਿਆਤ ਫਾਰਮ ਕੀ ਹੈ ਜੋ ਅਸੀਂ ਜਾਣਦੇ ਹਾਂ ਕਿ 1 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਦੇ ਲਈ 1 ਡਾਇਮੈਂਸ਼ਨਲ ਦਾ ਸੋਲਿਊਸ਼ਨ ਕੀ ਹੈ। ਇਸ ਲਈ ਅਸੀਂ ਨੋਰਮਲਾਈਜ਼ਡ ਵੇਵ ਫੰਕਸ਼ਨ ਲਿਖਾਂਗੇ ਕਿਉਂਕਿ ਇਹ ਅਸੀਂ ਸਾਰੇ ਜਾਣਦੇ ਹਾਂ। ਅਸੀਂ ਪਹਿਲਾਂ ਹੀ ਲੈਕਚਰਸ ਵਿੱਚ ਦੇਖਿਆ ਹੈ ਸਾਈਨ ਪਾਈ x/a। ਠੀਕ ਹੈ। ਇਹ ਇੱਕ ਟਰਮ ਹੈ। ਦੂਜੀ ਟਰਮ ਮੈਂ ਇਸ ਤਰ੍ਹਾਂ ਲਿਖਾਂਗੀ ਸਾਈਨ 2 ਪਾਈ x/a। ਤਾਂ ਇਸ ਦੇ ਲਈ ਬਸ ਯਾਦ ਕਰੋ 1 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਦੇ ਲਈ ਸੋਲਿਊਸ਼ਨ ਕੀ ਸੀ ਸਾਈ ਆਫ x ਦਿੱਤਾ ਗਿਆ ਸੀ ਜਾਂ ਇਸ ਦੀ ਬਜਾਏ ਆਓ ਇਸ ਨੂੰ ਇਸ ਤਰ੍ਹਾਂ ਲਿਖਦੇ ਹਾਂ ਫਾਈ ਆਫ x ਜੋ ਕਿ 2π/L ਸਾਈਨ n ਪਾਈ x/L ਦੁਆਰਾ ਦਿੱਤਾ ਗਿਆ ਸੀ। ਇਹ ਜਨਰਲ ਸੋਲਿਊਸ਼ਨ ਸੀ ਜਿੱਥੇ n ਕੋਈ ਵੀ ਵੈਲਿਊ ਲੈ ਸਕਦਾ ਹੈ। ਠੀਕ ਹੈ। ਅਤੇ ਕੋਰੇਸਪੋਂਡਿੰਗ ਐਨਰਜੀ En ਜੋ n ਸਕੁਏਅਰ ਪਾਈ ਸਕੁਏਅਰ h ਕ੍ਰਾਸ ਸਕੁਏਅਰ ਅਪੋਨ 2mL² ਦੁਆਰਾ ਦਿੱਤੀ ਗਈ ਸੀ ਜਿੱਥੇ L ਬਾਕਸ ਦੀ ਲੈਂਥ ਜਾਂ ਬਾਕਸ ਦੀ ਵਿਡਥ ਸੀ। ਇਸ ਕੇਸ ਵਿੱਚ ਹੁਣ ਸਾਡੇ ਕੋਲ ਇਹ ਦੇ ਰੂਪ ਵਿੱਚ ਹੈ। ਇਸ ਲਈ ਹੁਣ ਸਾਡੇ ਕੋਲ ਕੀ ਹੈ ਤਾਂ ਇਸ ਦੀ ਵਰਤੋਂ ਕਰਕੇ ਤੁਸੀਂ ਪਹਿਲੇ ਐਕਸਪ੍ਰੈਸ਼ਨ ਵਿੱਚ ਦੇਖ ਸਕਦੇ ਹੋ ਸਾਡੇ ਕੋਲ ਇਹ ਸੀ a ਫਾਈ 1 ਆਫ x ਕੁਝ ਨਹੀਂ ਪਰ a 5 2 ਆਫ x
ਹੈ ਠੀਕ ਹੈ, ਇਸ ਲਈ ਤੁਹਾਡਾ n 2 ਦੇ ਬਰਾਬਰ ਹੈ, ਤੁਹਾਡਾ n 1 ਦੇ ਬਰਾਬਰ ਹੈ। ਇਸ ਲਈ ਹੁਣ ਮੈਂ ਕੀ ਕਰ ਸਕਦੀ ਹਾਂ, ਤਾਂ ਇਸ ਵੱਲ ਵਾਪਸ ਆਉਂਦੇ ਹੋਏ ਮੈਂ ਇਹ ਵੇਵ ਫੰਕਸ਼ਨ ਲਿਖ ਸਕਦੀ ਹਾਂ ਕਿਉਂਕਿ ਸਾਡੇ ਕੋਲ ਕਾਂਸਟੈਂਟ ਇਸ ਤਰ੍ਹਾਂ ਹੈ 4/5 1 ਆਫ x ਪਲਸ ਸਾਡੇ ਕੋਲ 1/5 phi 2 ਆਫ x ਹੈ। ਹੁਣ ਸਾਨੂੰ ਉਸ ਟਾਈਮ ਡਿਪੈਂਡੈਂਟ ਵੇਵ ਫੰਕਸ਼ਨ ਦਾ ਮੁਲਾਂਕਣ ਕਰਨਾ ਪਵੇਗਾ ਜੋ psi ਆਫ x t ਹੈ। ਤਾਂ ਹੁਣ ਤੁਸੀਂ ਇਸ ਰਿਲੇਸ਼ਨ ਤੋਂ ਦੇਖ ਸਕਦੇ ਹੋ, ਇਸ ਲਈ E1 ਪਾਈ ਸਕੁਏਅਰ h ਕ੍ਰਾਸ ਸਕੁਏਅਰ ਅਪੋਨ 2 ml ਸਕੁਏਅਰ ਨਾਲ ਕੋਰੇਸਪੋਂਡ ਹੋਵੇਗਾ ਅਤੇ ਇਸੇ ਤਰ੍ਹਾਂ E2 ਦੇ ਲਈ ਤੁਸੀਂ ਮੁਲਾਂਕਣ ਕਰ ਸਕਦੇ ਹੋ। ਇਸ ਲਈ ਇਸ ਨੂੰ 4/5 ਲਿਖਿਆ ਜਾ ਸਕਦਾ ਹੈ। ਇਹ ਮੇਰਾ phi 1 ਆਫ x ਹੈ ਅਤੇ ਮੈਨੂੰ ਟਾਈਮ ਕੰਪੋਨੈਂਟ ਲਿਖਣਾ ਪਵੇਗਾ ਜੋ ਕਿ e ਰੇਜ਼ 2i 1t ਪਲਸ ਹੈ। ਬਾਅਦ ਵਾਲੇ ਭਾਗ ਵਿੱਚ ਸਾਡੇ ਕੋਲ phi 2 ਆਫ x e ਰੇਜ਼ 2 ਮਾਈਨਸ ie2 ਆਫ t ਹੋਵੇਗਾ। ਇਹ ਕੁਝ ਨਹੀਂ ਹੈ ਪਰ ਟਾਈਮ ਡਿਪੈਂਡੈਂਟ ਵੇਵ ਫੰਕਸ਼ਨ ਹੈ। ਠੀਕ ਹੈ, ਇਹ ਆਸਾਨ ਤਰੀਕਾ ਹੈ। ਇਸ ਲਈ ਇਹ ਪਹਿਲਾ ਭਾਗ ਹੈ ਜਿੱਥੇ ਸਾਨੂੰ ਟਾਈਮ ਡਿਪੈਂਡੈਂਟ ਵੇਵ ਫੰਕਸ਼ਨ ਨੂੰ ਕੈਲਕੂਲੇਟ ਕਰਨਾ ਪੈਂਦਾ ਹੈ। ਠੀਕ ਹੈ, ਇਸ ਲਈ ਹੁਣ ਆਓ ਪ੍ਰੋਬਲਮ ਦੇ ਦੂਜੇ ਭਾਗ ਨੂੰ ਦੇਖਦੇ ਹਾਂ। ਪ੍ਰੋਬਲਮ ਦੇ ਦੂਜੇ ਭਾਗ ਵਿੱਚ ਤੁਹਾਨੂੰ એનર્ਜੀ ਦੀ ਐਕਸਪੈਕਟੇਸ਼ਨ ਵੈਲਿਊ ਪਤਾ ਕਰਨ ਲਈ ਕਿਹਾ ਜਾਂਦਾ ਹੈ ਜੋ એનર્ਜੀ ਆਪਰੇਟਰ ਹੈ। ਅਸੀਂ ਐਕਸਪੈਕਟੇਸ਼ਨ ਵੈਲਿਊ ਕਿਵੇਂ ਕੈਲਕੂਲੇਟ ਕਰਦੇ ਹਾਂ, ਇਸ ਨੂੰ ਲਿਖਣ ਦਾ ਮਿਆਰੀ ਤਰੀਕਾ ਇਹ ਹੈ psi ਸਟਾਰ x t psi ਆਫ x t ਇਹ ਆਪਰੇਟਰ ਅਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ IH ਕ੍ਰਾਸ ਡੋ ਬਾਈ ਡੋ t। ਇਹ ਊਰਜਾ ਆਪਰੇਟਰ ਨੂੰ ਦਰਸਾਉਣਾ ਹੈ। ਠੀਕ ਹੈ, ਕਿਉਂਕਿ ਤੁਸੀਂ ਜਾਣਦੇ ਹੋ ਕਿ ਮੋਮੈਂਟਮ ਆਪਰੇਟਰ ਨੂੰ -IH ਕ੍ਰਾਸ ਡੋ ਬਾਈ ਡੋ x ਵਜੋਂ ਦਰਸਾਇਆ ਜਾਂਦਾ ਹੈ। ਇਸੇ ਤਰ੍ਹਾਂ એનર્ਜੀ ਆਪਰੇਟਰ ਨੂੰ IH ਕ੍ਰਾਸ ਡੋ ਬਾਈ ਡੋ t ਵਜੋਂ ਦਰਸਾਇਆ ਜਾਂਦਾ ਹੈ। ਇਸ ਲਈ ਹੁਣ ਅਸੀਂ ਇਹ ਕਰਾਂਗੇ ਕਿ ਅਸੀਂ ਇਸ ਨੂੰ ਹੱਲ ਕਰਾਂਗੇ। ਇਸ ਲਈ ਇੱਥੇ ਤੁਸੀਂ ਡੋ ਬਾਈ ਡੋ t ਸਬਸਟੀਟਿਊਟ ਕਰਦੇ ਹੋ ਅਤੇ ਫਿਰ ਜਦੋਂ ਤੁਸੀਂ psi ਆਫ x t ਵਿਦ ਰਿਸਪੈਕਟ ਟੂ t ਨੂੰ ਡਿਫਰੈਂਸ਼ੀਏਟ ਕਰੋਗੇ ਤਾਂ એનર્ਜੀ ਕੰਪੋਨੈਂਟ ਜੋ ਕਿ E1 ਹੈ ਅਤੇ E2 ਡੈਰੀਵੇਟਿਵ ਵਿੱਚ ਆਵੇਗਾ। ਇਸ ਲਈ ਅੰਤ ਵਿੱਚ ਜੋ ਤੁਸੀਂ ਪ੍ਰਾਪਤ ਕਰਦੇ ਹੋ, ਤੁਸੀਂ ਐਕਸਪਲਿਸਿਟਲੀ psi ਸਟਾਰ ਅਤੇ psi ਲਿਖੋਗੇ ਅਤੇ ਆਪਰੇਟ on IH ਕ੍ਰਾਸ ਡੋ ਬਾਈ ਡੋ t ਹੋਵੇਗਾ। ਠੀਕ ਹੈ, ਅਤੇ ਫਿਰ ਅੰਤ ਵਿੱਚ ਤੁਸੀਂ ਜੋ ਪ੍ਰਾਪਤ ਕਰਦੇ ਹੋ ਉਹ 4/5 E1 ਪਲਸ 1/5 E2 ਹੈ। ਠੀਕ ਹੈ, ਹੁਣ ਇੱਥੇ 2-3 ਸਟੈਪ ਸ਼ਾਮਿਲ ਹਨ ਅਤੇ ਇਹ ਪਤਾ ਲਗਾਉਣਾ ਬਹੁਤ ਆਸਾਨ ਹੈ ਕਿ ਤੁਹਾਨੂੰ ਸਿਰਫ psi ਸਟਾਰ psi ਅਤੇ ਇਸ ਆਪਰੇਟਰ ਨੂੰ ਸਬਸਟੀਟਿਊਟ ਕਰਨਾ ਪਵੇਗਾ ਅਤੇ ਇਹ ਸਟੈਪ ਕਰਨੇ ਹਨ ਅਤੇ ਬਸ ਇਹ ਦੇਖਣਾ ਹੈ ਕਿ ਤੁਸੀਂ ਇਹ ਇਕੁਏਸ਼ਨ ਪ੍ਰਾਪਤ ਕਰਦੇ ਹੋ ਜਾਂ ਨਹੀਂ। ਠੀਕ ਹੈ, ਇੱਕ ਹੋਰ ਰਿਮਾਰਕ ਜੋ ਅਸੀਂ ਦੇਖਿਆ ਹੈ ਕਿ En ਜੋ ਕਿ n ਸਕੁਏਅਰ ਪਾਈ ਸਕੁਏਅਰ h ਕ੍ਰਾਸ ਸਕੁਏਅਰ ਅਪੋਨ 2m a ਸਕੁਏਅਰ ਹੈ। ਤਾਂ ਇਸ ਕੇਸ ਵਿੱਚ E ਨੌਟ ਕੀ ਹੋਵੇਗਾ? E ਨੌਟ ਨੂੰ ਅਸੀਂ ਲਿਖਾਂਗੇ n 1 ਦੇ ਇਕੁਅਲ ਹੈ। ਸਾਡਾ E ਨੌਟ E1 ਦੇ ਇਕੁਅਲ ਹੈ ਜੋ ਕੁਝ ਨਹੀਂ ਹੈ ਪਰ ਠੀਕ ਹੈ, ਇਹ ਪਾਈ ਸਕੁਏਅਰ h ਕ੍ਰਾਸ ਸਕੁਏਅਰ ਅਪੋਨ 2m a ਸਕੁਏਅਰ ਹੈ ਅਤੇ ਅਸੀਂ ਇਸ E1 ਅਤੇ E2 ਨੂੰ E ਨੌਟ ਦੀ ਟਰਮਜ਼ ਵਿੱਚ ਲਿਖ ਸਕਦੇ ਹਾਂ। ਮੈਂ ਇਸ ਨੂੰ 4/5 E1 ਦੇ ਰੂਪ ਵਿੱਚ ਲਿਖ ਸਕਦੀ ਹਾਂ। ਮੈਂ ਇਸ ਨੂੰ E ਨੌਟ ਪਲਸ ਵਜੋਂ ਲਿਖ ਸਕਦੀ ਹਾਂ। ਇਸ ਲਈ ਇੱਥੇ E2 E1 ਸਿਰਫ E ਨੌਟ ਹੈ। E2 ਜੋ ਕਿ n ਸਕੁਏਅਰ ਟਾਈਮਸ E ਨੌਟ ਜੋ ਕੁਝ ਨਹੀਂ ਹੈ ਪਰ 4/5 E ਨੌਟ ਹੈ। ਇਸ ਲਈ ਅੰਤ ਵਿੱਚ ਮੈਂ ਜੋ ਪ੍ਰਾਪਤ ਕਰਦੀ ਹਾਂ ਉਹ ਇਹ ਹੈ। ਠੀਕ ਹੈ, ਇਸ ਲਈ ਇਸ ਪ੍ਰੋਬਲਮ ਦਾ ਦੂਜਾ ਭਾਗ ਇਹ ਹੈ। ਇਹ ਸੋਲਿਊਸ਼ਨ ਹੈ, ਇਸ ਲਈ ਇਹ ਪ੍ਰੋਬਲਮ ਦਾ ਭਾਗ B ਸੀ। ਅਤੇ ਹੁਣ ਆਓ ਅਸੀਂ ਉਸ ਭਾਗ C ਤੇ ਜਾਈਏ। ਠੀਕ ਹੈ, ਭਾਗ C ਪ੍ਰਾਪਤ ਕਰਨਾ ਦੁਬਾਰਾ ਬਹੁਤ ਸਰਲ ਹੈ ਜੋ ਤੁਹਾਨੂੰ ਪਾਰਟੀਕਲ ਪਤਾ ਕਰਨ ਦੀ ਪ੍ਰੋਬੇਬਿਲਿਟੀ ਦਾ ਪਤਾ ਲਗਾਉਣਾ ਪਵੇਗਾ ਤਾਂ ਜੋ ਪ੍ਰੋਬੇਬਿਲਿਟੀ ਹੋਵੇ ਕਿ ਅਸੀਂ ਪਾਰਟੀਕਲ ਲੱਭਣ ਦੀ ਜਨਰਲ ਸੰਭਾਵਨਾ ਵਿੱਚ ਸੰਭਾਵਨਾ ਕਿਵੇਂ ਪ੍ਰਾਪਤ ਕਰਦੇ
ਹਾਂ ਉਹ ਹੈ ਸਾਈ ਸਟਾਰ ਸਾਈ ਡੀਐਕਸ। ਇਹ ਸ਼ਾਰਟਹੈਂਡ ਨੋਟੇਸ਼ਨ ਹੈ ਜੋ ਤੁਸੀਂ ਇਸ ਨੂੰ ਐਕਸ ਟੀ ਅਤੇ ਇੱਥੇ ਵੀ ਐਕਸ ਟੀ ਵਜੋਂ ਲਿਖੋਗੇ। ਇਸ ਲਈ ਮੈਂ ਇਸ ਨੂੰ ਦੁਬਾਰਾ ਲਿਖਾਂਗੀ। ਸਾਈ ਸਟਾਰ ਐਕਸ ਟੀ ਸਾਈ ਐਕਸ ਟੀ ਡੀਐਕਸ। ਠੀਕ ਹੈ। ਅਤੇ ਨੋਰਮਲਾਈਜ਼ਡ ਵੇਵ ਫੰਕਸ਼ਨ ਲਈ ਇੱਕ ਬਾਕਸ ਵਿੱਚ ਪਾਰਟੀਕਲ ਪਤਾ ਕਰਨ ਦੀ ਪ੍ਰੋਬੇਬਿਲਿਟੀ 0 ਤੋਂ ਮੰਨ ਲਓ ਲੈਂਥ a 1 ਹੋਵੇਗੀ, ਪਰ ਇੱਥੇ ਸਾਨੂੰ 0 ਤੋਂ a/2 ਤੱਕ ਦੀ ਪ੍ਰੋਬੇਬਿਲਿਟੀ ਦੀ ਗਣਨਾ ਕਰਨੀ ਪਵੇਗੀ। ਠੀਕ ਹੈ। ਇਸ ਲਈ ਹੁਣ ਮੈਂ ਕੀ ਕਰਾਂਗੀ? ਦੁਬਾਰਾ ਮੈਂ ਐਕਸਪ੍ਰੈਸ਼ਨ ਵਿੱਚ ਸਾਈ ਸਟਾਰ ਅਤੇ ਸਾਈ ਸਬਸਟੀਟਿਊਟ ਕਰਾਂਗੀ ਅਤੇ ਫਿਰ ਮੈਂ ਲਿਖਾਂਗੀ। ਮੈਂ ਇੱਕ ਸਟੈਪ ਸਕਿਪ ਕਰਾਂਗੀ। ਜੋ ਤੁਸੀਂ ਮੂਲ ਰੂਪ ਵਿੱਚ ਪ੍ਰਾਪਤ ਕਰਦੇ ਹੋ ਉਹ ਹੈ ਫਾਈ 1 ਸਕੁਏਅਰ ਟਰਮ ਜੋ 4/5 ਪਲਸ dx ਪਲਸ 0 2a/2 ਹੈ। ਮੇਰੇ ਕੋਲ ਫਾਈ 2 ਸਕੁਏਅਰ ਦੇ ਨਾਲ 1/5 ਦਾ ਵੇਵ ਫੈਕਟਰ ਹੈ। ਠੀਕ ਹੈ। ਅਤੇ ਮੇਰੇ ਕੋਲ ਦੋ ਹੋਰ ਟਰਮਜ਼ ਹੋਣਗੀਆਂ ਜੋ 2/5 ਆਈ ਹੈ ਜੋ ਤੁਸੀਂ rdx 0 2a/2 ਲਈ ਮੇਰੇ ਕੋਲ ਕ੍ਰਾਸ ਟਰਮ ਹੋਵੇਗੀ ਜੋ ਫਾਈ 2 ਸਟਾਰ ਫਾਈ 1 ਅਤੇ ਇੱਕ ਹੋਰ ਟਰਮ ਹੈ ਜਿੱਥੇ ਮੇਰੇ ਕੋਲ ਫਾਈ 1 ਸਟਾਰ ਫਾਈ 2 ਹੈ। ਠੀਕ ਹੈ। ਅਤੇ ਇਹ ਸਾਰੇ ਰੀਅਲ ਵੇਵ ਫੰਕਸ਼ਨ ਹਨ ਅਤੇ ਜਦੋਂ ਤੁਸੀਂ ਇਹ ਇੰਟੀਗਰੇਸ਼ਨ ਕਰਦੇ ਹੋ ਤਾਂ ਤੁਸੀਂ ਪ੍ਰਾਪਤ ਕਰੋਗੇ ਕਿ ਫਾਈ ਇੱਕ ਨੋਰਮਲਾਈਜ਼ਡ ਵੇਵ ਫੰਕਸ਼ਨ ਹੈ। ਇਸ ਲਈ ਤੁਸੀਂ ਬਸ 4/5 ਪ੍ਰਾਪਤ ਕਰੋਗੇ ਅਤੇ ਤੁਹਾਡੇ ਕੋਲ 0 ਤੋਂ a/2 ਇੰਟੀਗਰਲ ਹੈ। ਇਸ ਲਈ ਤੁਸੀਂ ਹਾਫ ਦਾ ਫੈਕਟਰ ਪ੍ਰਾਪਤ ਕਰੋਗੇ। ਇਸ ਲਈ ਇਹਨਾਂ ਦੋ ਟਰਮਜ਼ ਨੂੰ ਜੋੜ ਕੇ ਜੋ ਤੁਸੀਂ ਹਾਫ ਦਾ ਫੈਕਟਰ ਪ੍ਰਾਪਤ ਕਰਦੇ ਹੋ। ਠੀਕ ਹੈ। ਅਤੇ ਦੂਜੇ ਭਾਗ ਵਿੱਚ ਤੁਹਾਨੂੰ ਇਹ ਇੰਟੀਗਰੇਸ਼ਨ ਕਰਨੇ ਪੈਣਗੇ। ਜਦੋਂ ਤੁਸੀਂ ਫਾਈ 2 ਅਤੇ ਫਾਈ 1 ਲਿਖਦੇ ਹੋ ਐਕਸ ਪਾਰਟ ਹੈ ਜੋ ਸਪੈਸ਼ ਪਾਰਟ ਹੈ ਉਹ ਉਹੀ ਰਹੇਗਾ ਪਰ ਟਾਈਮ ਕੰਪੋਨੈਂਟ ਵਿੱਚ ਐਕਸਪੋਨੈਂਟ ਹੋਵੇਗਾ। ਪਲਸ ਅਤੇ ਮਾਈਨਸ E1 ਮਾਈਨਸ E2 ਜਾਂ E2 ਮਾਈਨਸ E1 ਇਸ ਤੇ ਨਿਰਭਰ ਕਰਦੇ ਹੋਏ ਤੁਸੀਂ ਇਹਨਾਂ ਐਕਸਪ੍ਰੈਸ਼ਨ ਨੂੰ ਸਰਲ ਬਣਾਓਗੇ ਅਤੇ ਫਿਰ 0 ਤੋਂ a/2 ਇੰਟੀਗਰੇਸ਼ਨ ਕਰਨ ਤੋਂ ਬਾਅਦ ਤੁਸੀਂ ਇਹ ਨਤੀਜਾ ਪ੍ਰਾਪਤ ਕਰਦੇ ਹੋ। ਇਸ ਲਈ ਸਟੈਪ ਦੇ ਵਿਚਕਾਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਹੱਲ ਕਰ ਸਕਦੇ ਹੋ। ਇਹ ਇੰਨਾ ਮੁਸ਼ਕਿਲ ਨਹੀਂ ਹੈ। ਇਸ ਲਈ ਮੇਰੇ ਕੋਲ 16/15 ਪਾਈ ਕੋਸ ਹੈ। E2 ਮਾਈਨਸ E1 ਹੈ ਜਿਸ ਨੂੰ ਮੈਂ 3 ਪਾਈ ਸਕੁਏਅਰ h ਕ੍ਰਾਸ ਸਕੁਏਅਰ ਅਪੋਨ 2m ਵਜੋਂ ਲਿਖ ਸਕਦੀ ਹਾਂ ਅਤੇ ਤੁਹਾਡੇ ਕੋਲ a ਸਕੁਏਅਰ ਹੈ। ਠੀਕ ਹੈ। ਅਤੇ at ਕੋਸ ਥੀਟਾ ਟਾਈਮਸ t ਹੈ। ਮੇਰਾ ਮਤਲਬ ਹੈ ਕਿ E2 ਮਾਈਨਸ E1 ਟਾਈਮਸ t, ਪਰ ਅਸੀਂ at time t is equal to probability ਪਤਾ ਕਰਨਾ ਚਾਹੁੰਦੇ ਹਾਂ। ਸਾਨੂੰ ਇਹ ਪ੍ਰੋਬੇਬਿਲਿਟੀ ਪਤਾ ਕਰਨੀ ਪਏਗੀ at time t is equal to ਕੈਪੀਟਲ T। ਇਸ ਲਈ ਮੈਂ ਇੱਥੇ ਇੱਕ ਕੈਪੀਟਲ T ਲਿਖਾਂਗੀ। ਇਸ ਲਈ ਪ੍ਰੋਬੇਬਿਲਿਟੀ ਦਾ ਐਕਸਪ੍ਰੈਸ਼ਨ ਇੱਕ ਡਾਇਮੈਂਸ਼ਨਲ ਬਾਕਸ ਵਿੱਚ ਇੱਕ ਪਾਰਟੀਕਲ ਲਈ ਇਹ ਹੁੰਦਾ ਹੈ। ਤੁਹਾਨੂੰ ਹਮੇਸ਼ਾ ਇਹ ਯਾਦ ਰੱਖਣ ਦੀ ਲੋੜ ਹੁੰਦੀ ਹੈ ਕਿ ਨੋਰਮਲਾਈਜ਼ਡ ਵੇਵ ਫੰਕਸ਼ਨ ਉਸ ਐਕਸਪ੍ਰੈਸ਼ਨ ਦੁਆਰਾ ਦਿੱਤਾ ਜਾਂਦਾ ਹੈ ਜਿਸ ਵਿੱਚ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੈ ਕਿ ਇਹ ਅਤੇ ਇਹ ਵਾਲੀ ਹੈ। ਇਸ ਲਈ ਵਨ ਡਾਇਮੈਂਸ਼ਨਲ ਬਾਕਸ ਵਿੱਚ ਕਿਸੇ ਪਾਰਟੀਕਲ ਲਈ ਨੋਰਮਲਾਈਜ਼ਡ ਵੇਵ ਫੰਕਸ਼ਨ ਜਾਂ ਸੋਲਿਊਸ਼ਨ ਇਸ ਦੁਆਰਾ ਦਿੱਤਾ ਜਾਂਦਾ ਹੈ ਅਤੇ ਕੋਰੇਸਪੋਂਡਿੰਗ ਐਨਰਜੀ ਆਈਗਨ ਵੈਲਿਊ En ਇਸ ਐਕਸਪ੍ਰੈਸ਼ਨ ਦੁਆਰਾ ਦਿੱਤੀ ਜਾਂਦੀ ਹੈ। ਦੂਜੀ ਪ੍ਰੋਬਲਮ 1 ਡਾਇਮੈਂਸ਼ਨਲ ਪੋਟੈਂਸ਼ੀਅਲ ਬਾਕਸ ਦੇ ਆਧਾਰ ਤੇ ਇੱਕ ਪ੍ਰੋਬਲਮ ਹੈ ਪਰ ਇੱਥੇ ਸਾਡੇ ਕੋਲ ਇੱਕ ਪੋਟੈਂਸ਼ੀਅਲ ਹੈ ਜੋ ਨਾਨ ਜ਼ੀਰੋ ਹੈ। ਇਸ ਲਈ ਤੁਸੀਂ ਵੀ ਆਫ ਦੇ ਡਾਇਮੈਂਸ਼ਨਲ ਪੋਟੈਂਸ਼ੀਅਲ ਵਿੱਚ ਇੱਕ ਪਾਰਟੀਕਲ ਨੂੰ ਕੰਸੀਡਰ ਕਰਦੇ ਹੋ ਜੋ ਕਿ ਇਨਫਿਨਿਟੀ 4x ਲੈਸ ਦੈਨ 0 ਹੈ ਅਤੇ x 0 ਅਤੇ a ਤਾਂ 0 ਅਤੇ a ਦੇ ਵਿਚਕਾਰ ਪੋਟੈਂਸ਼ੀਅਲ 0 ਹੈ। x ਗ੍ਰੇਟਰ ਦੈਨ a ਦੇ ਲਈ ਪੋਟੈਂਸ਼ੀਅਲ ਵੀ 0 ਹੈ। ਤਾਂ ਆਓ ਇਸ ਸਵਾਲ 2 ਨੂੰ ਲਿਖੀਏ। ਤਾਂ ਜੇ ਤੁਸੀਂ 0 ਅਤੇ a ਦੇ ਵਿਚਕਾਰ ਕੰਸੀਡਰ ਕਰਦੇ ਹੋ ਤਾਂ ਡਾਇਗਰਾਮ ਕਿਵੇਂ ਦਿਖਾਈ ਦੇਵੇਗਾ? ਪੋਟੈਂਸ਼ੀਅਲ 0 ਹੈ ਅਤੇ ਇਸ ਲਈ
x 0 ਹੈ, x a ਹੈ, ਇਹ x ਐਕਸਿਸ ਹੈ ਅਤੇ ਇੱਥੇ v ਇਨਫਿਨਿਟੀ ਹੈ, ਇਸ ਲਈ at x less than 0 v ਇਨਫਿਨਿਟੀ ਹੈ। ਇਹ ਤੁਹਾਡਾ v ਐਕਸਿਸ ਹੈ ਅਤੇ x greater than a ਦੇ ਲਈ ਵੀ, ਜੋ ਕਿ v 0 ਦੇ ਬਰਾਬਰ ਹੈ, ਤਾਂ ਇਹ ਵੀ ਹੈ v 0 ਦੇ ਬਰਾਬਰ ਹੋਵੇਗਾ। ਸਮ v 0, ਇਸ ਲਈ ਤੁਹਾਨੂੰ ਇਹਨਾਂ ਐਨਰਜੀਜ਼ ਅਤੇ ਪੋਟੈਂਸ਼ੀਅਲ ਵਿਚਕਾਰ ਕੁਝ ਰਿਲੇਸ਼ਨ ਪਤਾ ਕਰਨ ਲਈ ਕਿਹਾ ਜਾਂਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਬਾਉਂਡ ਸਟੇਟ ਐਨਰਜੀਜ਼ ਇੱਕ ਟ੍ਰਾਂਸਡੈਂਟਲ ਇਕੁਏਸ਼ਨ ਦੁਆਰਾ ਦਿੱਤੀਆਂ ਜਾਂਦੀਆਂ ਹਨ। ਅਤੇ ਤੁਸੀਂ ਇਹ ਵੀ ਪਸੰਦ ਕਰ ਸਕਦੇ ਹੋ ਕਿ ਜੇ ਇੱਕ ਵਾਰ ਜਦੋਂ ਤੁਸੀਂ ਇਸ ਟ੍ਰਾਂਸਡੈਂਟਲ ਇਕੁਏਸ਼ਨ ਪ੍ਰਾਪਤ ਕਰ ਲੈਂਦੇ ਹੋ ਤਾਂ ਤੁਸੀਂ ਅਸਲ ਵਿੱਚ ਇਹ ਕਲਪਨਾ ਕਰ ਸਕਦੇ ਹੋ ਕਿ ਵੇਵ ਫੰਕਸ਼ਨ ਦੀ ਫੋਰਮ ਕੀ ਹੋਵੇਗੀ। ਇਹ ਹੈ ਕਿ ਅਸੀਂ ਇਸ ਨੂੰ 3 ਰੀਜਨਸ ਵਿੱਚ ਡਿਵਾਈਡ ਕਰਾਂਗੇ, ਠੀਕ ਹੈ। ਇਸ ਲਈ ਮੈਂ ਇਸ ਨੂੰ ਰੀਜਨ 1 ਦੇ ਤੌਰ ਤੇ ਲਿਖਦੀ ਹਾਂ, ਇਹ ਰੀਜਨ 2 ਹੈ ਅਤੇ ਇਹ ਰੀਜਨ 3 ਹੈ, ਠੀਕ ਹੈ। ਇਸ ਲਈ ਅਸੀਂ ਆਪਣੇ ਉਸ ਗਿਆਨ ਦੀ ਵਰਤੋਂ ਕਰਾਂਗੇ ਜੋ ਅਸੀਂ ਲੈਕਚਰਸ ਵਿੱਚ ਸਿੱਖਿਆ ਹੈ। ਇਸ ਲਈ ਇਹ ਰੀਜਨ 1 ਹੈ, ਤਾਂ ਰੀਜਨ 1 ਵਿੱਚ ਸਾਡੇ ਕੋਲ ਕੀ ਹੈ? ਠੀਕ ਹੈ, ਸਾਡੇ ਕੋਲ v ਆਫ x ਜੋ ਕਿ 0 ਹੈ, ਠੀਕ ਹੈ, x ਲੈਸ ਦੈਨ ਔਰ ਇਕੁਅਲ ਟੂ ਦੇ ਲਈ। ਤਾਂ ਤੁਸੀਂ ਵੇਵ ਫੰਕਸ਼ਨ ਬਾਰੇ ਕੀ ਕਹਿ ਸਕਦੇ ਹੋ? ਵੇਵ ਫੰਕਸ਼ਨ v 0 ਹੋਵੇਗਾ ਅਤੇ ਫਿਰ ਇਸ ਲਈ ਮੈਨੂੰ ਇਸ psi ਆਫ 1 ਰੀਜਨ 1 ਵਜੋਂ ਲੇਬਲ ਕਰਨ ਦਿਓ। ਫਿਰ ਰੀਜਨ 2 ਵਿੱਚ ਰੀਜਨ 2 ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਇਸ ਲਈ ਰੀਜਨ ਵਿੱਚ 2 ਮੈਨੂੰ ਮਾਫ ਕਰਨਾ, ਇੱਥੇ ਸਾਡੇ ਕੋਲ v ਆਫ x ਇਨਫਿਨਿਟੀ ਹੈ। ਕਿਉਂਕਿ ਮੈਂ ਪਹਿਲਾਂ ਹੀ ਇਸ ਨੂੰ ਇੱਥੇ ਲਿਖ ਦਿੱਤਾ ਹੈ, v goes to infinity ਰੀਜਨ 1। ਇਸ ਲਈ ਰੀਜਨ 1 ਵਿੱਚ v ਆਫ x ਲੈਸ ਦੈਨ 0 ਲਈ ਇਨਫਿਨਿਟੀ ਹੈ ਅਤੇ ਵੇਵ ਫੰਕਸ਼ਨ x ਇਕੁਅਲ ਟੂ 0 ਤੇ 0 ਹੈ, ਜੋ ਅਸੀਂ ਜਾਣਦੇ ਹਾਂ, ਠੀਕ ਹੈ। ਇਸ ਲਈ ਇੱਕ ਵੈਲ ਬਿਹੇਵਡ ਵੇਵ ਫੰਕਸ਼ਨ ਲਈ ਸਾਨੂੰ ਕੁਝ ਕੰਡੀਸ਼ਨਸ ਨੂੰ ਪੂਰਾ ਕਰਨ ਦੀ ਲੋੜ ਹੈ। ਇੱਕ ਚੀਜ਼ ਇਹ ਹੈ ਕਿ ਵੇਵ ਫੰਕਸ਼ਨ ਇਕੁਅਲ ਟੂ 0 ਦੇ ਲਈ 0 ਹੋਵੇਗਾ, ਇਸ ਲਈ ਬਾਉਂਡਰੀਜ਼ ਤੇ ਵੇਵ ਫੰਕਸ਼ਨ ਵੈਨਿਸ਼ ਹੋ ਗਿਆ ਹੈ। ਇਸ ਲਈ ਹੁਣ ਆਓ ਅਸੀਂ ਰੀਜਨ 2 ਵਿੱਚ ਆਈਏ। ਇਸ ਲਈ ਰੀਜਨ 2 ਵਿੱਚ ਸਾਡੇ ਕੋਲ ਅਸਲ ਵਿੱਚ v ਆਫ x 0 ਸੀ ਅਤੇ x 0 ਅਤੇ a ਦੇ ਵਿਚਕਾਰ ਹੈ। ਇਸ ਰੀਜਨ ਲਈ ਸਾਡੇ ਕੋਲ ਹੈ, ਅਸੀਂ ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਟਾਈਮ ਇੰਡੀਪੈਂਡੈਂਟ ਲਿਖਾਂਗੇ। ਇਸ ਲਈ ਆਓ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਲਿਖੀਏ। d ਸਕੁਏਅਰ psi ਆਫ x ਅਪੋਨ dx ਸਕੁਏਅਰ ਇਕੁਅਲ ਟੂ e psi ਆਫ x ਹੈ, ਠੀਕ ਹੈ। ਇਸ ਲਈ ਇੱਥੇ ਅਸੀਂ ਦੇਖ ਸਕਦੇ ਹਾਂ ਕਿ v ਆਫ x 0 ਹੈ। ਇਸ ਲਈ ਮੈਂ ਸਿੱਧੇ ਤੌਰ ਤੇ ਇਸ ਐਕਸਪ੍ਰੈਸ਼ਨ ਨੂੰ ਦੁਬਾਰਾ ਲਿਖਿਆ ਹੈ। ਮੈਨੂੰ ਇਸ ਨੂੰ ਰੀਜਨ 2 ਲਿਖਣ ਦਿਓ, ਠੀਕ ਹੈ, ਅਤੇ e ਇਸ ਲਈ e ਨੂੰ ਗ੍ਰੇਟਰ ਦੈਨ 0 ਹੋਣਾ ਚਾਹੀਦਾ ਹੈ, ਠੀਕ ਹੈ। ਤਾਂ e ਗ੍ਰੇਟਰ ਦੈਨ v ਹੈ ਅਤੇ ਇਸੇ ਤਰ੍ਹਾਂ ਅਸੀਂ ਇਸ ਵੇਵ ਫੰਕਸ਼ਨ ਦਾ ਸੋਲਿਊਸ਼ਨ ਸਰਲ ਅਲਜੈਬਰਾ ਦੁਆਰਾ ਪਤਾ ਕਰ ਸਕਦੇ ਹਾਂ। ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਇਹ ਵੇਵ ਫੰਕਸ਼ਨ ਜੋ ਮੈਂ ਰੀਜਨ 2 ਲਈ ਲਿਖਿਆ ਹੈ, ਇਸ ਨੂੰ a sin k1x ਪਲਸ b cos k1x ਵਜੋਂ ਲਿਖਿਆ ਜਾ ਸਕਦਾ ਹੈ। ਇਹ ਇਸ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਹੈ ਜੋ ਅਸੀਂ ਪਹਿਲਾਂ ਲਿਖੀ ਸੀ। k1 ਕੁਝ ਨਹੀਂ ਹੈ ਪਰ ਸਕੁਏਅਰ ਰੂਟ ਆਫ 2me ਅਪੋਨ h ਕ੍ਰਾਸ ਸਕੁਏਅਰ ਹੈ, ਠੀਕ ਹੈ। ਹੁਣ ਅਸੀਂ ਬਾਉਂਡਰੀ ਕੰਡੀਸ਼ਨ ਦੀ ਵਰਤੋਂ ਕਰ ਸਕਦੇ ਹਾਂ। ਤਾਂ ਬਾਉਂਡਰੀ ਕੰਡੀਸ਼ਨ ਦੀ ਵਰਤੋਂ ਕਰਕੇ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਵੇਵ ਫੰਕਸ਼ਨ ਦੀ ਸਹੀ ਫੋਰਮ ਲਿਖ ਸਕਦੇ ਹਾਂ। ਤਾਂ ਬਾਉਂਡਰੀਜ਼ ਤੇ ਜੋ at x ਇਕੁਅਲ ਟੂ 0 ਹੈ, ਅਸੀਂ x ਇਕੁਅਲ ਟੂ 0 psi ਆਫ x 0 ਤੇ ਕੀ ਪ੍ਰਾਪਤ ਕਰਦੇ ਹਾਂ। ਇਸ ਲਈ ਇਹ ਸਾਈਨ
K1 x प्लस B cos K1 x 0 है, जो ਦਰਸਾਏਗਾ ਕਿ B 0 ਹੈ। ਇਸ ਲਈ ਇਹ ਉਹ ਹੈ ਜੋ ਅਸੀਂ ਪ੍ਰਾਪਤ ਕਰਦੇ ਹਾਂ। ਇਸ ਲਈ ਮੈਂ ਲਿਖਦੀ ਹਾਂ ਕਿ ਮੇਰਾ psi 2 ਆਫ x ਕੀ ਹੋਵੇਗਾ? psi 2 ਆਫ x ਇਹ sin K1 x ਹੋਵੇਗਾ। ਸਾਡੇ ਕੋਲ ਰੀਜਨ 1 ਵੇਵ ਫੰਕਸ਼ਨ 0 ਹੈ, ਰੀਜਨ 2 ਅਤੇ ਹੁਣ ਆਓ ਤੀਜੇ ਰੀਜਨ ਵਿੱਚ ਜਾਈਏ। ਰੀਜਨ 3 ਵਿੱਚ x ਗ੍ਰੇਟਰ ਦੈਨ a ਦੇ ਲਈ ਵੀ ਆਫ x ਇਕੁਅਲ ਟੂ ਵੀ 0 ਹੈ। ਠੀਕ ਹੈ, ਤਾਂ ਮੇਰੇ ਕੋਲ ਇਹ ਹੈ। ਮੈਂ ਇਹ ਕਿਵੇਂ ਲਿਖਾਂਗੀ? ਮੈਂ ਇਸ ਨੂੰ d ਸਕੁਏਅਰ psi 3 ਆਫ x ਅਪੋਨ d x ਸਕੁਏਅਰ ਪਲਸ v 0 ਆਫ x psi 3 ਆਫ x ਇਕੁਅਲ ਟੂ e psi 3 o ਆਫ x। ਠੀਕ ਹੈ, ਹੁਣ ਫਿਰ ਇਸ ਵੇਵ ਫੰਕਸ਼ਨ ਦਾ ਸੋਲਿਊਸ਼ਨ ਪਤਾ ਕਰਨਾ ਆਸਾਨ ਹੈ। psi 3 ਆਫ x ਦੁਬਾਰਾ ਅਸੀਂ ਕੀ ਕਰ ਸਕਦੇ ਹਾਂ? ਇਹ ਅਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। ਠੀਕ ਹੈ, ਮੈਂ ਇਸ ਨੂੰ ਲਿਖਦੀ ਹਾਂ d ਸਕੁਏਅਰ psi by dx ਸਕੁਏਅਰ ਦੇ ਰੂਪ ਵਿੱਚ ਲਿਖਦੀ ਹਾਂ। ਮੈਂ ਉਪਰੋਕਤ ਇਕੁਏਸ਼ਨ ਨੂੰ ਦੁਬਾਰਾ ਲਿਖਦੀ ਹਾਂ। ਮੈਂ ਇਸ ਉਪਰੋਕਤ ਇਕੁਏਸ਼ਨ ਨੂੰ ਇਸ ਤਰ੍ਹਾਂ ਦੁਬਾਰਾ ਲਿਖਾਂਗੀ 2m। ਮੈਂ ਇਸ ਨੂੰ ਇੱਥੇ ਇਸ ਤਰ੍ਹਾਂ ਲਵਾਂਗੀ। ਮੇਰੇ ਕੋਲ e-v ਨੋਟ ਅਪੋਨ h ਕ੍ਰਾਸ ਸਕੁਏਅਰ ਹੈ। ਠੀਕ ਹੈ, ਅਤੇ ਇਹ ਟਰਮ ਮੈਂ psi 3 ਆਫ x ਦੇ ਰੂਪ ਵਿੱਚ ਲਿਖਾਂਗੀ। ਇਸ ਲਈ ਮੈਂ ਇਸ ਟਰਮ ਨੂੰ k2 ਲਿਖਾਂਗੀ। ਠੀਕ ਹੈ, ਇਸ ਲਈ ਇਸ ਦਾ ਸੋਲਿਊਸ਼ਨ ਦਿੱਤਾ ਗਿਆ ਹੈ psi 2 psi 3 ਆਫ x ਇਕੁਅਲ ਟੂ c ਰੇਜ਼ ਟੂ 1 k2 ਆਫ x, ਜਿੱਥੇ k2 ਇਸ ਲਈ ਇਹ k2 ਸਕੁਏਅਰ ਤੋਂ ਇਲਾਵਾ ਕੁਝ ਨਹੀਂ ਹੈ। ਇਸ ਲਈ k2 ਕੁਝ ਨਹੀਂ ਹੈ ਪਰ 2me v ਨੋਟ ਅਪੋਨ h ਕ੍ਰਾਸ ਸਕੁਏਅਰ ਹੈ। ਠੀਕ ਹੈ, ਤਾਂ ਇਹ ਤੀਜਾ ਵੇਵ ਫੰਕਸ਼ਨ ਹੈ। ਠੀਕ ਹੈ, ਅਤੇ ਫਿਰ ਹੁਣ ਅਸੀਂ ਜੋ ਕਰਦੇ ਹਾਂ ਉਹ ਇਹ ਹੈ ਕਿ ਮੈਂ ਕੁਝ ਸਟੈਪ ਸਕਿਪ ਕੀਤੇ ਹਨ। ਤੁਸੀਂ ਬਾਉਂਡਰੀ ਕੰਡੀਸ਼ਨ ਨੂੰ ਲਾਗੂ ਕਰ ਸਕਦੇ ਹੋ ਅਤੇ ਇਸ ਨੂੰ ਫਾਈਨਲ ਐਕਸਪ੍ਰੈਸ਼ਨ ਵਜੋਂ ਪ੍ਰਾਪਤ ਕਰ ਸਕਦੇ ਹੋ, ਅਤੇ ਆਖਰੀ ਸਟੈਪ ਵਿੱਚ ਅਸੀਂ ਇਹ ਕਰਾਂਗੇ ਕਿ ਅਸੀਂ ਕੰਟੀਨਿਊਟੀ ਆਫ psi ਆਫ x ਕੰਟੀਨਿਊਟੀ ਕੰਡੀਸ਼ਨ ਦੀ ਵਰਤੋਂ ਕਰਾਂਗੇ। ਠੀਕ ਹੈ, ਜੋ ਇਹ ਹੈ ਕਿ ਇਹ x ਦੇ ਬਰਾਬਰ ਹੈ। ਇਸ ਲਈ ਸਾਡੇ ਕੋਲ x ਦਾ ਇਹ psi ਆਫ x ਐਟ x ਇਕੁਅਲ ਟੂ a psi ਆਫ ਦੇ ਇਕੁਅਲ ਹੋਣਾ ਚਾਹੀਦਾ ਹੈ। ਇਸ ਲਈ ਰੀਜਨ 2 ਤੋਂ ਰੀਜਨ 3 ਤੱਕ ਐਟ x ਇਕੁਅਲ ਟੂ a ਹੋਣਾ ਚਾਹੀਦਾ ਹੈ। ਇਸ ਲਈ ਕੰਟੀਨਿਊਅਸ ਹੋਣਾ ਚਾਹੀਦਾ ਹੈ। ਤਾਂ ਇਸ ਦੀ ਵਰਤੋਂ ਕਰਕੇ ਮੈਨੂੰ ਮਿਲਦਾ ਹੈ ਮੇਰੇ ਕੋਲ sin K1a ਇਕੁਅਲ ਟੂ ਹੈ ਪਿਛਲਾ c ਰੇਜ਼ ਟੂ i K2a ਹੈ ਅਤੇ ਕੰਟੀਨਿਊਟੀ ਐਟ ਕੰਟੀਨਿਊਟੀ ਆਫ psi ਆਫ ਪ੍ਰਾਈਮ ਆਫ x ਇਹ ਹੋਵੇਗੀ। ਮੈਂ psi ਪ੍ਰਾਈਮ ਆਫ x ਲਈ ਵੀ ਇਹੀ ਕੰਮ ਕਰਾਂਗੀ। x ਇਕੁਅਲ ਟੂ a psi ਪ੍ਰਾਈਮ ਆਫ x ਐਟ x ਇਕੁਅਲ ਟੂ ਇਹ ਹੋਣਾ ਚਾਹੀਦਾ ਹੈ। ਤਾਂ ਇਸ ਨਾਲ ਮੈਨੂੰ ਇਕੁਏਸ਼ਨ ਦਾ ਇੱਕ ਹੋਰ ਸੈਟ ਮਿਲੇਗਾ। sin ਕੋਸਾਈਨ ਬਣ ਜਾਵੇਗਾ ਅਤੇ ਮੇਰੇ ਕੋਲ -k2c e ਰੇਜ਼ ਟੂ K2a ਹੈ। ਇਸ ਲਈ ਅੰਤ ਵਿੱਚ ਜੋ ਮੈਂ ਪ੍ਰਾਪਤ ਕਰਦੀ ਹਾਂ ਉਹ ਇਹ ਹੈ ਕਿ ਜਦੋਂ ਮੈਨੂੰ ਦੋ ਇਕੁਏਸ਼ਨ ਨੂੰ ਡਿਵਾਈਡ ਕਰਨਾ ਹੈ ਅਤੇ ਫਿਰ ਜੋ ਤੁਸੀਂ ਆਖਰਕਾਰ ਪ੍ਰਾਪਤ ਕਰਦੇ ਹੋ ਉਹ ਹੈ tan ਆਫ AK1। ਠੀਕ ਹੈ, ਅਤੇ ਜੋ ਬਰਾਬਰ ਹੈ ਤੁਹਾਡੇ ਕੋਲ -K1 ਅਪੋਨ K2 ਹੈ।
ਜੋ ਕੁਝ ਨਹੀਂ ਹੈ ਪਰ ਜੋ ਤੁਹਾਨੂੰ ਸਵਾਲ ਵਿੱਚ ਦਿੱਤਾ ਗਿਆ ਹੈ, ਠੀਕ ਹੈ। ਇਸ ਲਈ ਇਹ ਆਖਰੀ ਨਤੀਜਾ ਹੈ ਕਿ ਅਸੀਂ ਇਸ K1 ਨੂੰ ਦੁਬਾਰਾ ਲਿਖ ਸਕਦੇ ਹਾਂ ਇਸ ਨੂੰ ਆਖਰੀ ਸਟੈਪ ਵਿੱਚ ਲਿਖਣ ਲਈ। ਇਹ A2ME ਸਕੁਏਅਰ ਰੂਟ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ K1 ਅਤੇ K2 ਕੀ ਹੈ, ਇਸ ਲਈ ਮੈਂ ਸਿਰਫ K1 ਅਤੇ K2 ਦੇ ਲਈ ਰੀਸਬਸਟੀਟਿਊਟ ਕਰਦੀ ਹਾਂ ਅਤੇ K2 ਜੋ ਸਕੁਏਅਰ ਦੀ ਰੂਟ ਦੇ ਅੰਦਰ -e/V0 ਹੈ। ਅਤੇ ਹੁਣ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਤੁਸੀਂ ਵੇਵ ਫੰਕਸ਼ਨ ਦੀ ਫਾਰਮ ਨੂੰ ਆਸਾਨੀ ਨਾਲ ਸਕੈਚ ਕਰ ਸਕਦੇ ਹੋ ਕਿ ਵੇਵ ਫੰਕਸ਼ਨ ਕਿਵੇਂ ਹੋਵੇਗਾ। ਓਕੇ, ਮੈਂ ਇਸ ਨੂੰ ਤੁਹਾਡੇ ਸਭ ਵਾਸਤੇ ਹੱਲ ਕਰਨ ਲਈ ਦੇ ਰਹੀ ਹਾਂ, ਠੀਕ ਹੈ। ਤਾਂ ਅਸੀਂ ਟਿਊਟੋਰੀਅਲ 1 ਦੇ ਭਾਗ ਲਈ ਇਹ ਕੀਤਾ ਹੈ। ਇਹ ਭਾਗ 1 ਸੀ ਅਤੇ ਬਾਕੀ ਦੀ ਪ੍ਰੋਬਲਮ ਬਾਰੇ ਬਾਅਦ ਦੇ ਭਾਗ ਵਿੱਚ ਚਰਚਾ ਕਰਾਂਗੇ।